ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਕੁਝ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ। ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਹੈ, ਉਹਨਾਂ ਦੇ ਵਿੱਚੋਂ ਕਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਦੀ ਕੀ ਸਥਿਤੀ ਬਣੀ ਹੋਈ ਹੈ। ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਲਗਾਤਾਰ ਖਬਰਾਂ ਮਿਲ ਰਹੀਆਂ ਨੇ ਕਿ ਅਸੀਂ ਕਰੋਨਾ ਵਾਇਰਸ ਦੀ ਵੈਕਸੀਨ ਡਿਵੈਲਪ ਕਰਨ ਦੇ ਨੇੜੇ ਵਧ ਰਹੇ ਹਾਂ, ਅੱਗੇ ਨੂੰ ਕਦਮ ਵਧਾਏ ਜਾ ਰਹੇ ਨੇ। ਕੱਲ ਬਰਤਾਨੀਆ ਦੇ ਵੱਲੋਂ ਖਬਰ ਆਈ ਸੀ ਤੇ ਅੱਜ ਚੀਨ ਦੇ ਵਿੱਚੋਂ ਇੱਕ ਠੰਡੀ ਹਵਾ ਦਾ ਬੁੱਲਾ ਆਇਆ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ। ਇਹਦੇ ਨਾਲ ਨਾਲ ਪੰਜਾਬੀਆਂ ਨੇ ਇੱਕ ਨਵਾਂ ਚੰਦ ਚਾੜਿਆ। 2017 ਤੋਂ ਹੁਣ ਤੱਕ ਇੱਕ ਜਾਂਚ, ਇੱਕ ਪੜਤਾਲ ਚੱਲ ਰਹੀ ਸੀ। 162 ਕਰੋੜ ਦਾ ਚੂਨਾ ਲਾਇਆ ਪੰਜਾਬੀਆਂ ਨੇ, ਲਾਇਆ ਖਜ਼ਾਨੇ ਨੂੰ। ਭਾਵੇਂ ਸਰਕਾਰ ਦਾ ਖਜ਼ਾਨਾ, ਪਰ ਇਹ ਮੰਨ ਕੇ ਚੱਲਿਆ ਜਾਵੇ ਕਿ ਸਰਕਾਰ ਦੇ ਖਜ਼ਾਨੇ ਵਿੱਚ ਪੈਸੇ ਕਿਤੋਂ ਉੱਪਰੋਂ ਜਾਂ ਇਧਰੋਂ ਉਧਰੋਂ ਆ ਕੇ ਕਿਸੇ ਮੋਗੇ ਥਾਣੇ ਨਹੀਂ ਡਿੱਗਦੇ। ਉਹ ਤੁਹਾਡੇ ਪੈਸੇ ਹੁੰਦੇ ਨੇ, ਟੈਕਸ ਪੇਅਰ ਦੇ ਪੈਸੇ ਹੁੰਦੇ ਨੇ। ਸੋ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹਦੇ ਨਾਲ ਨਾਲ ਫਲਸਤੀਨ ਦੇ ਵਿੱਚੋਂ ਇੱਕ ਤਸਵੀਰ ਵਾਇਰਲ ਹੋਈ ਹੈ। ਇੱਕ ਮਾਂ ਤੇ ਪੁੱਤ ਦੇ ਪਿਆਰ ਦੀ ਇੱਕ ਕਹਾਣੀ ਜਿਹੜੀ ਦੁਨੀਆ ਨੂੰ ਭਾਵੁਕ ਕਰ ਰਹੀ ਹੈ, ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਹੋਈ ਇਹ ਵੀ ਕਰੋਨਾ ਵਾਇਰਸ ਨੂੰ ਲੈ ਕੇ ਹੈ। ਇਹਦੇ ਨਾਲ ਨਾਲ ਜਦੋਂ ਕਿਸੇ ਇਨਸਾਨ ਦੀ ਕਿਸਮਤ ਚਮਕਦੀ ਹੈ ਜਾਂ ਕਿਸਮਤ ਬਦਲਦੀ ਹੈ, ਉਹ ਇੱਕ ਠੋਕਰ, ਇੱਕ ਮੋੜ ਹੋ ਸਕਦਾ ਹੈ। ਇਸੇ ਤਰ੍ਹਾਂ ਦੇ ਇੱਕ ਮੋੜ ਦੀ ਕਹਾਣੀ ਮੱਧ ਪ੍ਰਦੇਸ਼ ਤੋਂ ਮਿਲੀ ਹੈ। ਜਿਹੜਾ ਇੱਕ ਗਰੀਬ ਵਿਅਕਤੀ, ਜਿਹੜਾ ਰੋਜ਼ਾਨਾ ਦਿਹਾੜੀ ਲਾ ਕੇ ਗੁਜ਼ਾਰਾ ਕਰਦਾ ਸੀ, ਹੁਣ ਹੋ ਸਕਦਾ ਕਿ ਆਉਣ ਵਾਲੇ ਕੱਲ੍ਹ, ਕਿਉਂਕਿ ਉਹਦੀ ਚੀਜ਼ ਦੀ ਹੁਣ ਬੋਲੀ ਲੱਗਣ ਜਾ ਰਹੀ ਹੈ ਜਨਤਕ ਤੌਰ ਤੇ, ਹੋ ਸਕਦਾ ਉਹ ਲੱਖਪਤੀ ਜਾਂ ਕਰੋੜਪਤੀ ਬਣ ਜਾਏ। ਕਿਉਂਕਿ ਪਤਾ ਨਹੀਂ ਲੱਗਦਾ ਕਿ ਇਨਸਾਨ ਕਿਹੜੇ ਰਾਹ, ਕਿਹੜੇ ਮੋੜ ਤੇ ਜਾ ਕੇ ਉਸਦੀ ਕਿਸਮਤ ਬਦਲ ਜਾਵੇ ਜਾਂ ਕਿਸਮਤ ਪਲਟੀ ਮਾਰ ਜਾਵੇ। ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਨੀ ਹੈ। ਸਭ ਤੋਂ ਪਹਿਲੀ ਤੇ ਅਹਿਮ ਖਬਰ ਇਹ ਹੈ ਕਿ ਕਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ ਦੇ ਬਹੁਤ ਸਾਰੇ ਮੁਲਕਾਂ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਇਸ ਵਕਤ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਅਮਰੀਕਾ ਦੇ ਵਿੱਚ ਹੈ, ਦੂਸਰਾ ਨੰਬਰ ਬ੍ਰਾਜ਼ੀਲ ਦਾ ਤੇ ਤੀਸਰਾ ਨੰਬਰ ਭਾਰਤ ਦਾ। ਪਰ ਭਾਰਤ ਦੀ ਤੇ ਜੇਕਰ ਅਮਰੀਕਾ ਦੀ ਆਪਸ ਦੇ ਵਿੱਚ ਤੁਲਨਾ ਕਰੀਏ, ਇੱਕ ਤੇ ਆਬਾਦੀ ਦਾ ਬਹੁਤ ਵੱਡਾ ਫਰਕ ਹੈ। ਦੂਸਰਾ ਗਰੀਬ ਇੱਕ ਮੁਲਕ ਦੇ ਵਿੱਚ ਬਹੁਤ ਨੇ ਤੇ ਦੂਸਰਾ ਠੀਕ ਠਾਕ ਮੁਲਕ ਹੈ ਤੇ ਉੱਥੋਂ ਦੇ ਸਿਹਤ ਪ੍ਰਬੰਧ ਬਹੁਤ ਕਮਾਲ ਦੇ ਹੈ। ਅਗਲੀ ਗੱਲ ਇਹ ਕਿ ਅਮਰੀਕਾ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਉੱਥੋਂ ਦੀ ਵਸੋਂ ਦੇ ਦਰ ਦੇ ਹਿਸਾਬ ਨਾਲ 1.8% ਹੈ। ਤੇ ਜਦੋਂ ਭਾਰਤ ਵਾਲੇ ਪਾਸੇ ਨਜ਼ਰ ਮਾਰਦੇ ਆ ਤਾਂ ਮਰੀਜ਼ਾਂ ਦੀ ਗਿਣਤੀ ਭਾਰਤ ਦੀ ਆਬਾਦੀ ਦੇ ਲਿਹਾਜ਼ ਨਾਲ, ਪਹਿਲਾਂ ਤਾਂ ਆਬਾਦੀ ਬਹੁਤ ਹੈ, ਦੂਸਰੀ ਜਿਹੜੀ ਉੱਥੋਂ ਦੀ ਰੇਸ਼ੋ ਆ ਉਹ 3.6% ਹੈ। ਵਿਗਿਆਨੀਆਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਜੇਕਰ ਇਸੇ ਹੀ ਦਰ ਦੇ ਨਾਲ ਭਾਰਤ ਦੇ ਵਿੱਚ ਰੋਗੀਆਂ ਦੀ ਗਿਣਤੀ, ਇਨਫੈਕਟਡ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧਦੀ ਚਲੇ ਗਈ ਤਾਂ ਐਂਡ ਆਫ ਅਗਸਤ ਮਹੀਨੇ ਤੱਕ ਭਾਰਤ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੁਨੀਆ ਭਰ ਦੇ ਵਿੱਚੋਂ ਪਹਿਲੇ ਸਥਾਨ ਤੇ ਹੋਏਗਾ। ਹੁਣ 39 ਲੱਖ ਲੋਕ ਨੇ ਜਿਹੜੇ ਇਸ ਵਕਤ ਇਨਫੈਕਟਡ ਨੇ ਅਮਰੀਕਾ ਦੇ ਵਿੱਚ। ਭਾਰਤ ਦੇ ਵਿੱਚ 44 ਲੱਖ ਹੋਣਗੇ, 4.4 ਮਿਲੀਅਨ, ਬਹੁਤ ਵੱਡੀ ਗਿਣਤੀ ਹੈ। ਤੇ ਦੂਸਰੀ ਗੱਲ ਇਹ ਵੀ ਹੈ ਕਿ ਬਾਕੀ ਮੁਲਕਾਂ ਦੇ ਮੁਕਾਬਲੇ ਭਾਰਤ ਦੇ ਵਿੱਚ ਕਰੋਨਾ ਵਾਇਰਸ ਨੂੰ ਨਿਜਾਤ ਦੇਣ ਵਾਲੇ, ਤੰਦਰੁਸਤ ਹੋਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ। ਹੁਣ ਜੇ ਇਹ ਰਫ਼ਤਾਰ ਚੱਲੀ, ਮੈਂ ਦੱਸ ਰਿਹਾ ਸੀ ਕਿ ਅਗਸਤ ਦੇ ਅਖੀਰ ਤੱਕ 44 ਲੱਖ ਹੋ ਜਾਣਗੇ, ਤੇ ਜਦੋਂ ਕਿ ਪਹਿਲੇ 4 ਮਹੀਨਿਆਂ ਦੇ ਵਿੱਚ 5 ਲੱਖ ਤੇ 37,000 ਮਰੀਜ਼ ਹੋਏ ਸੀ। ਹੁਣ ਹਿਸਾਬ ਲਾਓ ਕਿ 4 ਮਹੀਨਿਆਂ 'ਚ 5 ਲੱਖ ਤੇ 37,000, ਤੇ ਹੁਣ ਲਗਭਗ ਮਹੀਨੇ ਸਵਾ ਮਹੀਨੇ ਦੇ ਵਿੱਚ ਲਗਭਗ ਹੁਣ ਦੀ ਮੁਕਾਬਲੇ ਤੇ ਉਦੋਂ ਦੀ ਗਿਣਤੀ ਕਿੰਨੀ ਹੋ ਜਾਣੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਰਫ਼ਤਾਰ ਕਰੋਨਾ ਇਨਫੈਕਸ਼ਨ ਦੀ ਕਿੰਨੀ ਹੈ। ਸਾਵਧਾਨੀਆਂ ਵਰਤੀ, ਹਲੇ ਵੈਕਸੀਨ ਨਹੀਂ ਆਈ। ਪਰ ਜਦੋਂ ਹੁਣ ਵੈਕਸੀਨ ਦੇ ਬਾਬਤ ਸਾਰੇ ਲੋਕ ਇਸ ਵਕਤ ਨਜ਼ਰਾਂ ਟਿਕਾਈ ਬੈਠੇ ਹੈ। ਕੱਲ ਖਬਰ ਆਈ ਸੀ ਆਕਸਫੋਰਡ ਯੂਨੀਵਰਸਿਟੀ ਤੋਂ, ਬਰਤਾਨੀਆ ਤੋਂ, ਕਿ ਅਸੀਂ ਜਿਹੜੇ ਹਿਊਮਨ ਟ੍ਰਾਇਲ ਕੀਤੇ ਨੇ, ਮਨੁੱਖ ਦੇ ਉੱਤੇ ਕੀਤੇ ਨੇ ਆਪਣੀ ਵੈਕਸੀਨ ਦੇ, ਉਹ ਕਾਰਗਰ ਸਾਬਤ ਹੋ ਰਹੇ ਨੇ। ਤੁਸੀਂ ਦੇਖੋ ਕਿ ਜਦੋਂ ਉਹਨਾਂ ਨੇ 2 ਟ੍ਰਾਇਲ ਕੀਤੇ ਤੇ ਤੀਸਰੇ ਟ੍ਰਾਇਲ ਦੇ ਵਿੱਚ ਚੱਲ ਰਿਹਾ ਹੈ, ਦੋਵੇਂ ਵੱਖੋ ਵੱਖ ਮਨੁੱਖਾਂ ਦੇ ਉੱਤੇ ਕੀਤੇ ਤੇ ਕਾਰਗਰ ਸਾਬਤ ਹੋਏ ਨਤੀਜੇ। ਇਹਦੇ ਬਾਵਜੂਦ
ਜਿਹੜੀ ਅਮਰੀਕਨ ਕੰਪਨੀ ਨੇ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ ਕਿ ਹੋ ਸਕਦਾ ਸੀ ਸਤੰਬਰ ਮਹੀਨੇ ਉਹ ਦਵਾਈ ਮਾਰਕੀਟ ਵਿੱਚ ਦੇ ਦਈਏ, 9 ਕਰੋੜ ਉਸ ਵੈਕਸੀਨ ਨੂੰ 9 ਕਰੋੜ ਜਿਹੜੀਆਂ ਡੋਜ਼ਸ ਨੇ ਉਹਦੀ ਵਾਸਤੇ ਬੁਕਿੰਗ ਆਲਰੇਡੀ ਬਰਤਾਨੀਆ ਨੇ ਕਰ ਦਿੱਤੀ ਹੈ। ਹਾਲਾਂਕਿ ਬਰਤਾਨੀਆ ਵੱਲੋਂ ਇਹ ਖਬਰ ਆਲਰੇਡੀ ਆ ਚੁੱਕੀ ਹੈ ਕਿ ਸਾਡੀ ਯੂਨੀਵਰਸਿਟੀ ਵੀ ਦਵਾਈ ਬਣਾਉਣ ਦੇ ਨੇੜੇ ਤੇੜੇ ਪਹੁੰਚ ਚੁੱਕੀ ਹੈ। ਸੋ ਹੁਣ ਜਿਹੜੀ ਮੇਰੇ ਸਾਹਮਣੇ ਖਬਰ ਪਈ ਹੈ ਦਾ ਲੇਜੈਂਡ ਮੈਗਜ਼ੀਨ ਦੇ ਵਿੱਚ ਇਹ ਖਬਰ ਛਪੀ ਹੈ ਆਕਸਫੋਰਡ ਯੂਨੀਵਰਸਿਟੀ ਦੀ। ਇਹਦੇ ਨਾਲ ਹਾਲੇ ਇਹ ਖਬਰ ਕੱਲ ਮਿਲ ਰਹੀ ਸੀ ਤੇ ਅੱਜ ਚਾਈਨਾ ਵਾਲੇ ਪਾਸੋਂ ਇਸੇ ਤਰ੍ਹਾਂ ਦੀ ਇੱਕ ਠੰਡੀ ਹਵਾ ਦਾ ਬੁੱਲਾ ਆਇਆ। ਚੀਨ ਨੇ ਵੀ ਆਖਿਆ ਕਿ ਜਿਹੜਾ ਅਸੀਂ ਹੁਣ ਤੱਕ ਪਰੀਖਣ ਕੀਤਾ ਹੈ, ਮਨੁੱਖੀ ਟ੍ਰਾਇਲ ਕੀਤਾ ਹੈ, ਪਹਿਲੇ ਟ੍ਰਾਇਲ ਵਿੱਚ ਵੀ ਦੂਸਰੇ ਟ੍ਰਾਇਲ ਦੇ ਵਿੱਚ ਵੀ ਇਮਿਊਨਿਟੀ ਵੀ ਵਧਾ ਰਹੀ ਹੈ। ਖੰਘ ਤੋਂ, ਬੁਖਾਰ ਤੋਂ, ਜ਼ੁਕਾਮ ਤੋਂ ਸਾਰੇ ਰੋਗੀ ਉਹਦੇ ਨਾਲ ਤੰਦਰੁਸਤ ਹੋ ਰਹੇ ਨੇ। ਆਕਸਫੋਰਡ ਯੂਨੀਵਰਸਿਟੀ ਦਾ ਅਧਿਐਨ ਵੀ ਇਹੀ ਦੱਸ ਰਿਹਾ ਹੈ ਕਿ ਇਮਿਊਨਿਟੀ ਦੇ ਵਿੱਚ ਵੀ ਵਾਧਾ ਕੀਤਾ ਤੇ ਸਾਈਡ ਇਫੈਕਟ ਵੀ ਬਹੁਤ ਘੱਟ ਦੇਖਣ ਨੂੰ ਮਿਲੇ ਨੇ। ਜਿਹੜੇ ਆ ਟ੍ਰਾਇਲ ਕੀਤੇ ਗਏ ਨੇ, ਆਕਸਫੋਰਡ ਯੂਨੀਵਰਸਿਟੀ ਦੀ ਦਵਾਈ ਦਾ ਜਿਹੜਾ ਨਾਂ ਹੈ ਆਪਣੇ ਆਪ ਦੇ ਵਿੱਚ ਅਜੀਬ ਜਿਹਾ ਲੱਗੂਗਾ। ਉਹਨੇ ਲਿਖਿਆ CHADOX1-NCOV19। ਉਹਨਾਂ ਦੇ ਟੀਕੇ ਦਾ ਇਹ ਨਾਂ ਹੋਣਾ ਜੇਕਰ ਕੱਲ ਨੂੰ ਇਹ ਟੀਕਾ ਮਾਰਕੀਟ ਵਿੱਚ ਆ ਜਾਂਦਾ। ਉਹ ਕਹਿੰਦੇ ਪਹਿਲਾ ਟ੍ਰਾਇਲ ਅਸੀਂ ਕੀਤਾ 18 ਸਾਲ ਤੋਂ ਲੈ ਕੇ 55 ਸਾਲ ਦੇ ਲੋਕਾਂ ਤੇ ਉਹ ਬੰਦੇ ਸੀ ਲਗਭਗ 108। 56 ਦਿਨ ਇਹ ਟ੍ਰਾਇਲ ਚੱਲਦਾ ਰਿਹਾ। ਜਿੰਨੇ ਵੀ ਲੋਕਾਂ ਦੇ ਉੱਤੇ ਟ੍ਰਾਇਲ ਕੀਤਾ ਸਾਰਿਆਂ ਦੇ ਉੱਤੇ ਨਤੀਜੇ ਸਾਰਥਕ ਨਿਕਲੇ ਨੇ, ਕਾਰਗਰ ਸਾਬਤ ਹੋਏ ਨੇ। ਦੂਸਰੇ ਜਿਹੜਾ ਮਨੁੱਖੀ ਟ੍ਰਾਇਲ ਕੀਤਾ ਉਹਦੇ ਨਤੀਜੇ ਵੀ ਉਹ ਕਹਿੰਦੇ ਸਾਡੇ ਕੋਲ ਬਿਲਕੁਲ ਸਾਬਤ ਨਿਕਲੇ। ਤੇ ਜਿਹੜੀ ਰਿਪੋਰਟ ਹੁਣ ਚੀਨ ਤੋਂ ਆ ਰਹੀ ਹੈ ਉਹ ਕਹਿੰਦਾ ਫਸਟ ਟ੍ਰਾਇਲ ਕੀਤਾ ਅਸੀਂ ਵੀ 108 ਲੋਕਾਂ ਤੇ ਕੀਤਾ, ਦੂਜਾ ਟ੍ਰਾਇਲ ਕੀਤਾ ਸੀ 508 ਲੋਕਾਂ ਤੇ ਕੀਤਾ ਤੇ ਸਾਡੀ ਦਵਾਈ ਦੇ ਨਤੀਜੇ ਵੀ ਬਿਲਕੁਲ ਸਾਰਥਕ ਨੇ। ਇਹ ਰਿਪੋਰਟ ਜਿਹੜੀ ਵੁਹਾਨ ਦੇ ਵਿੱਚ ਜਿਹੜਾ ਟੈਸਟ ਮਨੁੱਖੀ ਟ੍ਰਾਇਲ ਉਹਨਾਂ ਨੇ ਕੀਤਾ ਗਿਆ ਉਹਦੇ ਆਧਾਰ ਤੇ ਚੀਨ ਦੇ ਵਿੱਚੋਂ ਖਬਰ ਮਿਲੀ ਹੈ। ਤੇ ਬੀਜਿੰਗ ਇੰਸਟੀਚਿਊਟ ਆਫ ਬਾਇਓਟੈਕਨੋਲੋਜੀ ਦੇ ਪ੍ਰੋਫੈਸਰ ਵੇਈ ਚੇਨ ਨੇ ਉਹ ਕਹਿੰਦੇ ਸਾਨੂੰ ਵੀ ਉਮੀਦ ਹੁਣ ਇਹ ਵੱਜ ਗਈ ਹੈ, ਇਸ ਨਤੀਜਿਆਂ ਦੇ ਆਧਾਰ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਅਸੀਂ ਵੀ ਸਤੰਬਰ ਮਹੀਨੇ ਤੱਕ ਹੋ ਸਕਦਾ ਕਿ ਕਰੋਨਾ ਵਾਇਰਸ ਦੀ ਵੈਕਸੀਨ ਦੁਨੀਆ ਨੂੰ ਦੇ ਦੇਈਏ। ਹੁਣ ਦੇਖੋ ਅਮਰੀਕਾ ਵਿੱਚੋਂ ਖਬਰ ਆਈ, ਉਹਦੇ ਨਾਲ ਬਾਅਦ ਬਰਤਾਨੀਆ ਦੇ ਵਿੱਚੋਂ ਖਬਰ ਆਈ ਤੇ ਹੁਣ ਆ ਤੀਸਰੀ ਖਬਰ ਚੀਨ ਦੇ ਵਿੱਚੋਂ ਆ ਗਈ ਹੈ। ਹੁਣ ਉਮੀਦ ਵੱਜ ਗਈ ਹੈ, ਆਸ ਵੱਜ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਨੂੰ ਨੱਥ ਪਾਈ ਜਾ ਸਕਦੀ ਹੈ। ਪਰ ਇਹਦੇ ਉਲਟ ਜੇਕਰ ਵੇਖੀਏ ਕੈਨੇਡਾ ਦੇ ਵੱਖੋ-ਵੱਖ ਸੂਬਿਆਂ ਤੇ ਨਜ਼ਰ ਮਾਰਦੇ ਆ ਤੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਦੁਬਾਰਾ ਵਧਣ ਲੱਗੀ ਹੈ। ਆਸਟ੍ਰੇਲੀਆ ਦੇ ਵਿੱਚ ਕੇਸਾਂ ਦੀ ਗਿਣਤੀ ਦੁਬਾਰਾ ਵਧਣ ਲੱਗੀ ਹੈ। ਭਾਰਤ ਦੇ ਵਿੱਚ ਜਿਹੜੇ 10,000 15,000 20,000 ਕੇਸ ਆਉਂਦੇ ਸੀ ਹੁਣ ਰੋਜ਼ਾਨਾ 37,000 38,000 40,000 ਕੇਸ ਇੱਕ ਦਿਨ ਆ ਰਹੇ ਆ। ਕਹਿਣ ਦਾ ਭਾਵ ਹਾਲ ਦੀ ਘੜੀ ਇਹਦਾ ਕੋਈ ਠੰਡ ਠੰਡੌਲਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਜਿੰਨੀ ਦੇਰ ਵੈਕਸੀਨ ਨਹੀਂ ਆਉਂਦੀ ਉਨੀ ਦੇਰ ਹਦਾਇਤਾਂ ਦੀ ਪਾਲਣਾ ਬੜੀ ਲਾਜ਼ਮੀ ਹੈ। ਅਗਲੀ ਖਬਰ ਵੱਲ ਨਜ਼ਰ ਮਾਰਦੇ ਹਾਂ। ਕਰੋਨਾ ਵਾਇਰਸ ਦੇ ਨਾਲ ਹੀ ਜੁੜੀ ਖਬਰ ਹੈ। ਫਲਸਤੀਨ ਦੇ ਵਿੱਚੋਂ ਇੱਕ ਔਰਤ ਜਿਹੜੀ 73 ਵਰ੍ਹਿਆਂ ਦੀ ਸੀ ਤੇ ਉਹਦਾ ਨਾਮ ਰਾਸਮੀ ਸਵੈਤੀ। ਹਸਪਤਾਲ ਦੇ ਵਿੱਚ ਉਸ ਔਰਤ ਨੂੰ ਕਰੋਨਾ ਵਾਇਰਸ ਦੇ ਕਾਰਨ ਭਰਤੀ ਕਰਵਾਉਣਾ ਪੈ ਗਿਆ। ਹਾਲਤ ਔਰਤ ਦੀ ਵਿਗੜਦੀ ਚਲੇ ਗਈ ਤੇ ਇੰਟੈਂਸਿਵ ਕੇਅਰ ਯੂਨਿਟ ਭਾਵ ICU ਵਿੱਚ ਉਸ ਨੂੰ ਭਰਤੀ ਕਰਨਾ ਪੈ ਗਿਆ ਤੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਮਿਲਣ ਦੀ ਕੋਈ ਆਗਿਆ ਨਹੀਂ ਸੀ। ਲਗਭਗ ਸਾਰੇ ਮੁਲਕਾਂ ਵਿੱਚ ਇੰਝ ਹੀ ਹੋ ਰਿਹਾ ਹੈ। ਤੇ ਹੁਣ ਉਹਦਾ ਪੁੱਤ ਜਿਹੜਾ 30 ਵਰ੍ਹਿਆਂ ਦਾ ਜਿਸ ਦਾ ਨਾਂ ਜਿਹਾਦ ਅਲ ਸਵੈਤੀ, ਉਹ ਆਪਣੀ ਮਾਂ ਤੋਂ ਬਗੈਰ ਰਹਿ ਨਹੀਂ ਸੀ ਸਕਦਾ। ਹੁਣ ਮਾਵਾਂ ਨੂੰ ਜਿਵੇਂ ਪੁੱਤ ਪਿਆਰੇ ਤੇ ਪੁੱਤਾਂ ਨੂੰ ਮਾਵਾਂ ਵੀ ਪਿਆਰੀਆਂ ਨੇ। ਇਹ ਇੱਕ ਅਨੋਖੀ ਮਿਸਾਲ ਉਸ ਪੁੱਤ ਨੇ ਦਿੱਤੀ ਹੈ। ਉਹ ਸਵੇਰੇ ਜਾ ਕੇ ਇੱਕ ਵਿੰਡੋ ਥਾਣੀ ਚੜ੍ਹਦਾ, ਤਾਕੀ ਦੇ ਵਿੱਚ ਜਾ ਕੇ, ਉੱਚੀ ਤਾਕੀ ਸੀ ਬਣੀ ਹੋਈ, ਹਸਪਤਾਲ ਦੀ ਦੂਰ ਤਾਕੀ ਦੇ ਵਿੱਚ ਜਾ ਕੇ ਬੈਠਦਾ ਤੇ ਐਨ ਬਿਲਕੁਲ ਸਾਹਮਣੇ ਉਹਦੀ ਮਾਂ ਦਾ ਕਮਰਾ ਸੀ। ਸਾਰਾ ਦਿਨ ਆਪਣੀ ਮਾਂ ਨੂੰ ਦੇਖਦਾ ਰਹਿੰਦਾ ਤੇ ਇੱਕ ਦਿਨ ਉਸਦੀ ਕਿਸੇ ਨੇ ਤਸਵੀਰ ਖਿੱਚ ਲਈ ਤੇ ਉਹ ਤਸਵੀਰ ਖਿੱਚ ਕੇ ਹੁਣ ਵਾਇਰਲ ਕਰ ਦਿੱਤੀ ਗਈ ਹੈ। ਅਸਲ ਦੇ ਵਿੱਚ ਇਸ ਵਿਅਕਤੀ ਨੇ ਦੱਸਿਆ ਕਿ ਮੈਂ ਆਪਣੀ ਮਾਂ ਨੂੰ ਰੋਜ਼ਾਨਾ ਆ ਕੇ ਵੇਖਦਾ, ਘੰਟਿਆਂ ਬਾਅਦ ਹੀ ਬੈਠ ਕੇ ਦੇਖਦਾ। ਉਹ ਕਹਿੰਦਾ ਮੈਂ ਭਾਵੇਂ ਮਿਲ ਤਾਂ ਨਹੀਂ ਸਕਿਆ, ਮਾਂ ਮੈਨੂੰ ਗੱਲ ਨਹੀਂ ਲਾ ਸਕੀ ਤੇ ਮੈਂ ਮਾਂ ਦੇ ਗੱਲ ਨਹੀਂ ਲੱਗ ਸਕਿਆ, ਪਰ ਮੈਂ ਮਾਂ ਨੂੰ ਆਖਰੀ ਸਾਹ ਲੈਂਦਿਆਂ ਵੀ ਆਪਣੀਆਂ ਖੁਦ ਅੱਖਾਂ ਦੇ ਨਾਲ ਤੱਕਿਆ। ਹੁਣ ਜਦੋਂ ਇਹ ਫੋਟੋ ਉਹਦੀ ਐਨ ਰੋਸ਼ਨਦਾਨ ਵਰਗੀ ਤਾਕੀ ਹੈ, ਖਿੜਕੀ ਹੈ, ਉਹਦੇ ਵਿੱਚ ਬੈਠਾ ਹੈ, ਰੋਜ਼ਾਨਾ ਉੱਥੇ ਜਾ ਕੇ ਬੈਠਦਾ। ਹੁਣ ਇੱਕ ਹਿਊਮਨ ਰਾਈਟਸ ਐਕਟਿਵਿਸਟ ਹੈ, ਉਹਨੇ ਇਹ ਫੋਟੋ ਟਵੀਟ ਕਰ ਦਿੱਤੀ। ਇਹ ਫੋਟੋ ਵਾਇਰਲ ਹੋਣ ਤੋਂ ਬਾਅਦ ਹੁਣ ਇੱਕ ਦਰਦ ਕੀ ਹੁੰਦਾ ਆਪਣੇ ਪਰਿਵਾਰਕ ਮੈਂਬਰ ਨੂੰ ਨਾ ਮਿਲਣ ਦਾ, ਵਿਛੋੜੇ ਦਾ ਤੇ ਉਹਦੀ ਮੌਤ ਦਾ ਤੇ ਉਹਨੂੰ ਨਾ ਮਿਲਣ ਦਾ। ਇਹ ਫੋਟੋ ਬਹੁਤ ਕੁਝ ਬਿਆਨ ਕਰ ਰਹੀ ਹੈ।
ਸੋ ਇਸ ਫੋਟੋ ਨੇ ਬਹੁਤ ਸਾਰੇ ਦੁਨੀਆ ਦੇ ਲੋਕਾਂ ਨੂੰ ਭਾਵੁਕ ਕੀਤਾ। ਇਹ ਘਟਨਾ ਫਲਸਤੀਨ ਦੇ ਵਿੱਚ ਵਾਪਰੀ ਹੈ ਕਿ ਇੱਕ ਪੁੱਤਰ ਆਪਣੀ ਮਾਂ ਨੂੰ ਰੋਜ਼ਾਨਾ ਜਾ ਕੇ ਕਿਵੇਂ ਦੇਖਦਾ, ਪਰ ਦੇਖ ਹੀ ਸਕਦਾ ਸੀ, ਮਿਲ ਨਹੀਂ ਸੀ ਸਕਦਾ। ਅਗਲੀ ਖਬਰ ਪੰਜਾਬ ਤੋਂ ਹੈ। ਪੰਜਾਬ ਦੇ ਲੋਕਾਂ ਨੇ ਸਾਲ 2015 ਤੋਂ ਲੈ ਕੇ 2017 ਦੇ ਵਿਚਕਾਰ, ਸਾਰੇ ਪੰਜਾਬੀਆਂ ਨੇ ਨਹੀਂ, ਕੁਝ ਪੰਜਾਬੀਆਂ ਨੇ 162 ਕਰੋੜ ਰੁਪਏ ਦਾ 162 ਕਰੋੜ ਰੁਪਏ ਦਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾਇਆ। ਅਸਲ ਦੇ ਵਿੱਚ ਪਤਾ ਨਹੀਂ ਸ਼ਾਇਦ ਲੱਗਣਾ ਸੀ। ਸਰਕਾਰ ਨੇ ਦੇਖਿਆ ਕਿ ਸਾਡੇ ਇੱਕਦਮ ਬਜ਼ੁਰਗਾਂ ਦੀ ਗਿਣਤੀ ਵਿੱਚ ਵਾਧਾ ਕਿਵੇਂ ਹੋ ਗਿਆ, ਕੋਈ ਨਾ ਕੋਈ ਤਾਂ ਕਾਰਨ ਰਹੇ ਹੋਣਗੇ। ਦੇਖਿਆ ਕਿ ਇੰਨੇ ਖਜ਼ਾਨੇ ਦੇ ਵਿੱਚੋਂ ਕਦੇ ਵੀ ਬੁਢਾਪਾ ਪੈਨਸ਼ਨ ਨਹੀਂ ਸੀ ਨਿਕਲੀ, ਵੱਡੀ ਗਿਣਤੀ ਵਿੱਚ ਪੈਨਸ਼ਨ ਫੰਡ ਜਾਣ ਲੱਗਿਆ। ਅਸਲ ਦੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਝ ਰਾਜਨੀਤਿਕ ਲੋਕਾਂ ਨੇ ਆਖਿਆ ਕਿ ਚਲੋ ਤੁਹਾਨੂੰ ਬੁਢਾਪਾ ਪੈਨਸ਼ਨ ਲਾ ਦਿੰਦੇ, ਘੱਟੋ ਘੱਟ ਵੋਟਾਂ ਤਾਂ ਪੱਕੀਆਂ ਹੋਣਗੀਆਂ। ਵੋਟਾਂ ਪੱਕੀਆਂ ਕਰਦੇ ਕਰਦੇ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਵਾ ਗਏ। ਹੁਣ ਜੇ ਕੋਈ 35 ਵਰਿਆਂ ਦਾ 40 ਵਰਿਆਂ ਦਾ ਹੈ, ਉਹਦੇ ਸਰਟੀਫਿਕੇਟ ਵੀ ਕਿਸੇ ਨੇ ਬਣਾਏ ਹੋਣਗੇ, ਸਰਪੰਚ ਨੇ ਤਸਦੀਕ ਵੀ ਕੀਤੇ ਹੋਣਗੇ, ਸੰਬੰਧਿਤ ਮਹਿਕਮੇ ਦੇ ਅਧਿਕਾਰੀ ਨੇ ਸਹੀ ਵੀ ਪਾਇਆ ਹੋਣਾ। ਹੁਣ ਇਸ ਰਿਪੋਰਟ ਤੋਂ, ਜਾਂਚ ਤੋਂ, ਤਫਤੀਸ਼ ਤੋਂ ਬਾਅਦ ਜਾਣਕਾਰੀ ਮਿਲੀ ਹੈ ਕਿ ਪਿੰਡਾਂ ਦੇ ਸਰਪੰਚ ਵੀ, ਇਸ ਸੰਬੰਧਿਤ ਮਹਿਕਮੇ ਦੇ ਕਰਮਚਾਰੀ, ਅਧਿਕਾਰੀ ਤੇ ਅਫਸਰ ਵੀ ਸਾਰੇ ਇਸ ਹਵਾਮ 'ਚ ਲੰਘੇ ਆ ਕਿ ਸਾਰਿਆਂ ਦੀ ਮਿਲੀ ਭੁਗਤ ਸੀ। ਹੁਣ 162 ਕਰੋੜ ਠੱਗਣ ਦੇ ਵਿੱਚ ਸਭ ਤੋਂ ਮੋਹਰੀ ਅੰਮ੍ਰਿਤਸਰ ਵਾਲੇ ਰਹੇ ਨੇ, ਦੂਸਰਾ ਸਥਾਨ ਬਠਿੰਡੇ ਵਾਲਿਆਂ ਦਾ, ਤੀਸਰਾ ਬਰਨਾਲੇ ਵਾਲਿਆਂ ਦਾ। ਜੇਕਰ ਪੂਰੇ 22 ਜ਼ਿਲ੍ਹਿਆਂ ਦੇ ਵਿੱਚੋਂ ਇਸ ਤਰ੍ਹਾਂ ਦੇ ਲੋਕ ਪਾਏ ਗਏ ਨੇ ਜਿਨ੍ਹਾਂ ਨੇ ਬੁਢਾਪਾ ਪੈਨਸ਼ਨ ਦੇ ਨਾਂ ਦੇ ਉੱਤੇ ਫੰਡਾਂ ਨੂੰ ਠੱਗੀ ਮਾਰੀ ਹੈ, ਸਭ ਤੋਂ ਜੇਕਰ ਫਾਡੀ ਰਹੇ ਨੇ ਤਾਂ ਉਹ ਤਰਨਤਾਰਨ ਜ਼ਿਲ੍ਹੇ ਵਾਲੇ ਰਹੇ ਨੇ। ਹੁਣ ਜੇਕਰ ਕਿਸੇ ਨੇ ਬੁਢਾਪਾ ਪੈਨਸ਼ਨ ਲੈਣੀ ਆ, ਆਦਮੀ 65 ਵਰਿਆਂ ਦਾ ਹੋਣਾ ਚਾਹੀਦਾ, ਔਰਤ 58 ਵਰਿਆਂ ਦੀ ਹੋਣੀ ਚਾਹੀਦੀ ਹੈ, ਉਹਦੇ ਕੋਲ ਵੱਧ ਤੋਂ ਵੱਧ 2 ਏਕੜ ਜਾਂ 2 ਏਕੜਾਂ ਤੋਂ ਘੱਟ ਜ਼ਮੀਨ ਹੋਣੀ ਚਾਹੀਦੀ ਹੈ, ਉਹਦੀ ਸਾਲਾਨਾ ਇਨਕਮ 6000 ਤੋਂ ਘੱਟ ਹੋਣੀ ਚਾਹੀਦੀ ਹੈ। ਤੇ ਇਹਦੇ ਨਾਲ ਨਾਲ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਉਮਰ ਤਸਦੀਕ ਕਰਦਾ ਇੱਕ ਸਰਟੀਫਿਕੇਟ ਚਾਹੀਦਾ, ਤੇ 750 ਰੁਪਈਆ ਮਹੀਨਾ ਫਿਰ ਉਹਨੂੰ ਬੁਢਾਪਾ ਪੈਨਸ਼ਨ ਲੱਗ ਜਾਂਦੀ ਹੈ। ਹੁਣ ਇਸ ਘੁਟਾਲੇ ਦਾ ਇੱਕ ਰਿਪੋਰਟ ਤੋਂ ਬਾਅਦ ਪਰਦਾਫਾਸ਼ ਹੋ ਗਿਆ ਤੇ ਹੁਣ ਇਹਨਾਂ ਲੋਕਾਂ ਨੂੰ ਪੈਸੇ ਵਾਪਸ ਕਰਨੇ ਪੈਣਗੇ। ਪਰ ਇਕੱਲੇ ਪੈਸੇ ਵਾਪਸ ਵੀ ਕਿਉਂ? ਜਿਹੜੇ ਲੋਕਾਂ ਨੇ ਆਪਣੇ ਸਿਸਟਮ ਦੇ ਨਾਲ ਧੋਖਾ ਕੀਤਾ ਹੈ ਜਾਂ ਉਹਨਾਂ ਤੋਂ ਕਰਵਾਇਆ ਗਿਆ। ਹੁਣ ਜੇਕਰ ਕਿਸੇ ਵਿਅਕਤੀ ਨੂੰ 30 ਸਾਲ ਦੇ ਨੂੰ 35 ਸਾਲ ਦੇ ਨੂੰ ਬਜ਼ੁਰਗ ਕਹਿ ਦਈਏ, ਤੁਹਾਡੇ ਕਹਾੜਾ ਮਾਰਨਾ, ਗੰਡਾਸਾ ਮਾਰਨਾ ਕਿ ਤੈਨੂੰ ਮੈਂ ਬੁੜਾ ਲੱਗਦਾ, ਤੈਨੂੰ ਮੈਂ ਬਜ਼ੁਰਗ ਲੱਗਦਾ। ਪਰ ਜਦੋਂ ਆ ਪੈਸੇ ਲੈਣੇ ਸੀ, ਬੁਢਾਪਾ ਪੈਨਸ਼ਨ ਲੈਣੀ ਸੀ, ਫਿਰ 35 ਵਰਿਆਂ ਦੀਆਂ ਮੁਟਿਆਰਾਂ ਤੇ ਨੌਜਵਾਨਾਂ ਨੇ ਆਪਣੇ ਆਪ ਨੂੰ 65 ਸਾਲ ਦੇ ਲਿਖਵਾ ਕੇ ਇਹ ਬੁਢਾਪਾ ਪੈਨਸ਼ਨ ਲਈ ਹੈ। ਹੁਣ ਪੈਸੇ ਵਾਪਸ ਕਰਨੇ ਪੈਣਗੇ, 162 ਕਰੋੜ ਰੁਪਈਆ। ਅਗਲੀ ਖਬਰ ਇੱਕ ਵਿਅਕਤੀ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ, ਤੇ ਵਿਅਕਤੀ ਦਾ ਨਾਮ ਆਨੰਦੀ ਲਾਲ ਤੇ ਕੁਸ਼ਵਾਹਾ ਹੈ, ਮਜ਼ਦੂਰੀ ਕਰਦਾ ਸੀ ਇੱਕ ਖਾਣ ਦੇ ਵਿੱਚ, ਜਿੱਥੇ ਲੋਕ ਸਾਲਾਂ ਬੱਧੀ ਲੱਗੇ ਰਹਿੰਦੇ ਹੈ ਕਿ ਕੋਈ ਹੀਰਾ ਲੱਭ ਜੇ, ਕੋਈ ਹੀਰਾ ਲੱਭ ਜੇ। ਹੀਰਿਆਂ ਦੀ ਖਾਣ ਦੇ ਵਿੱਚ ਕੰਮ ਕਰਦਾ ਸੀ। ਪਰ ਦੇਖੋ ਕਿਸਮਤ ਕਿਵੇਂ ਜਾਗੀ। ਕੰਮ ਕਰਦੇ ਕਰਦੇ ਨੂੰ ਠੋਕਰ ਲੱਗੀ ਤੇ ਠੋਕਰ ਖਾ ਕੇ ਡਿੱਗ ਪਿਆ। ਪਹਿਲਾਂ ਉਹ ਕਹਿੰਦਾ ਮੈਨੂੰ ਬੜਾ ਗੁੱਸਾ ਆਇਆ ਵੀ ਆ ਪੱਥਰ ਨੇ ਮੇਰੇ 'ਚ ਹੀ ਲੱਗਣਾ ਸੀ, ਕਿਉਂਕਿ ਆਪਾਂ ਨੂੰ ਹੁੰਦਾ ਕਿ ਠੋਕਰ ਖਾ ਕੇ ਡਿੱਗੀਏ ਨਾ, ਕਈ ਵਾਰੀ ਬੰਦਾ ਡਿੱਗ ਕੇ ਹੀ ਸਵਾਰ ਹੁੰਦਾ। ਹੁਣ ਇਸ ਵਿਅਕਤੀ ਜਦੋਂ ਠੋਕਰ ਲੱਗੀ ਤੇ ਠੋਕਰ ਲੱਗਣ ਤੋਂ ਬਾਅਦ ਜਿੱਥੇ ਜਾ ਕੇ ਹੱਥ ਡਿੱਗਿਆ, ਜਦੋਂ ਉੱਠਣ ਲੱਗੇ ਨੇ ਦੇਖਿਆ ਤੇ ਹੱਥ ਵਿੱਚ ਕੁਝ ਆ ਗਿਆ। ਉਹ ਚੁੱਕ ਲਿਆ। ਚੁੱਕਣ ਤੋਂ ਬਾਅਦ ਵੇਖਿਆ ਕਿ ਯਾਰ ਇਹ ਬਾਕੀ ਪੱਥਰਾਂ ਵਰਗਾ ਪੱਥਰ ਨੇ, ਕੁਝ ਵੱਖਰਾ ਲੱਗਦਾ। ਜੌਹਰੀ ਕੋਲ ਲੈ ਗਿਆ, ਕਿਉਂਕਿ ਹੀਰੇ ਦੀ ਪਛਾਣ ਤਾਂ ਜੌਹਰੀ ਨੇ ਕਰਨੀ ਹੈ ਨਾ। ਜੌਹਰੀ ਹੋ ਗਿਆ ਖੁਸ਼। ਉਹ ਕਹਿੰਦਾ ਸਮਾਨ ਤੂੰ ਬਹੁਤ ਕੰਮ ਦਾ ਲਿਆ। ਆਮ ਤੌਰ ਤੇ 1 ਕੈਰਟ ਹੀਰੇ ਦੀ ਜਿਹੜੀ ਕੀਮਤ ਹੈ ਤੇ 5 ਲੱਖ ਰੁਪਈਆ। ਜੌਹਰੀ ਕਹਿੰਦਾ 10 ਕੈਰਟ ਦਾ ਹੀਰਾ। ਹੁਣ ਉਹਦੀ ਜੇ ਘੱਟੋ ਘੱਟ ਕੀਮਤ ਵੀ ਲਾ ਕੇ ਚੱਲੀਏ ਤੇ 50 ਲੱਖ ਰੁਪਏ ਬਣਦੀ ਹੈ। ਆਨੰਦੀ ਲਾਲ ਕੁਸ਼ਵਾਹਾ ਖੁਸ਼ ਹੋ ਗਿਆ, ਵਾਛਾਂ ਖਿੜ ਗਈਆਂ। ਹੁਣ ਉਸ ਜੌਹਰੀ ਨੇ ਉਹਦੀ ਓਪਨਲੀ ਬੋਲੀ ਕਰਨੀ ਹੈ ਤੇ ਇਸ ਵਕਤ ਹੀਰਾ ਦਫ਼ਤਰ ਦੇ ਵਿੱਚ ਇਹ ਹੀਰਾ ਜਮ੍ਹਾਂ ਕਰਵਾ ਦਿੱਤਾ ਗਿਆ। ਉਹਦੀ ਓਪਨ ਬੋਲੀ ਲਾਈ ਜਾਣੀ ਹੈ। ਸਿਰਫ 12% ਟੈਕਸ ਕੱਟ ਕੇ ਆਨੰਦੀ ਲਾਲ ਕੁਸ਼ਵਾਹਾ ਨੂੰ ਬਾਕੀ ਦੀ ਰਕਮ ਦੇ ਦਿੱਤੀ ਜਾਣੀ ਹੈ। ਉਸ ਜੌਹਰੀ ਦੇ ਦੱਸਣ ਮੁਤਾਬਕ ਹੋ ਸਕਦਾ ਹੈ ਕਿ ਘੱਟੋ ਘੱਟ 50 ਲੱਖ ਰੁਪਏ ਦਾ। ਇਹਦਾ ਮਤਲਬ 88% ਦੀ ਰਕਮ ਆਨੰਦੀ ਲਾਲ ਕੁਸ਼ਵਾਹਾ ਨੂੰ ਮਿਲ ਜਾਣੀ ਹੈ। ਹੋ ਸਕਦਾ ਕਿ ਹੀਰਾ 50 ਲੱਖ ਤੋਂ ਵੱਧ ਵੀ ਇਹ ਬੋਲੀ ਵਿੱਚ ਵਿਕ ਜਾਵੇ। ਪਰ ਤੁਸੀਂ ਦੇਖੋ ਕਿ ਇੱਕ ਠੋਕਰ ਨੇ ਇੱਕ ਮਜ਼ਦੂਰ ਵਿਅਕਤੀ ਨੂੰ ਲੱਖਪਤੀ ਬਣਾ ਕੇ ਰੱਖ ਦਿੱਤਾ। ਹੁਣ ਇਹਦੇ ਨਾਲ ਇੱਕ ਜਿਹੜੀ ਹੋਰ ਖਬਰ ਸਾਹਮਣੇ ਆ ਰਹੀ ਹੈ, ਉਹ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਇੱਕ ਸਕੂਲ ਫੀਸਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ
ਇੱਕ ਰਿਟ ਪਾਈ ਗਈ ਸੀ, ਅਪੀਲ ਪਾਈ ਗਈ ਸੀ। ਬੀਤੇ ਦਿਨੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਮਾਨਯੋਗ ਅਦਾਲਤ ਹੈ, ਉਹਦੇ ਵਿੱਚ ਇੱਕ ਪਟੀਸ਼ਨ ਇਹ ਪਾਈ ਗਈ ਸੀ ਕਿ ਜੇਕਰ ਅਸੀਂ ਫੀਸ ਨਹੀਂ ਦਿੰਦੇ ਤੇ ਸਾਡੇ ਬੱਚਿਆਂ ਦਾ ਨਾਮ ਨਾ ਕੱਟਿਆ ਜਾਵੇ। ਦੂਸਰੀ ਗੱਲ ਉਹਦੇ ਵਿੱਚ ਇਹ ਸੀ ਕਿ ਪ੍ਰਾਈਵੇਟ ਸਕੂਲਾਂ ਵਾਲੇ ਸਾਡੇ ਤੋਂ ਫੀਸ ਨਾ ਲੈਣ, ਪਰ ਸਿੰਗਲ ਬੈਂਚ ਦਾ ਫੈਸਲਾ ਸੀ ਕਿ ਤੁਹਾਡੇ ਤੋਂ ਟਿਊਸ਼ਨ ਫੀਸ ਉਹ ਲੈ ਸਕਦੇ ਆ, 80% ਤੱਕ ਲੈ ਸਕਦੇ ਆ। ਹਾਂ, ਜਿਹੜੇ ਹੋਰ ਖਰਚੇ ਨੇ ਉਹ ਤੁਹਾਡੇ ਤੋਂ ਵਸੂਲੇ ਨਹੀਂ ਜਾ ਸਕਦੇ। ਸਿੰਗਲ ਬੈਂਚ ਦੇ ਇਸ ਫੈਸਲੇ ਨੂੰ ਅਦਾਲਤ ਵਿੱਚ ਫਿਰ ਤੋਂ ਚੁਣੌਤੀ ਦਿੱਤੀ ਗਈ ਸੀ। ਮਾਨਯੋਗ ਅਦਾਲਤ ਨੇ ਕੱਲ ਫਿਰ ਫੈਸਲਾ ਸੁਣਾ ਦਿੱਤਾ ਹੈ ਅਤੇ ਪਹਿਲੇ ਸਿੰਗਲ ਬੈਂਚ ਦੇ ਫੈਸਲੇ ਨੂੰ ਉਹਨਾਂ ਨੇ ਗਲਤ ਨਹੀਂ ਠਹਿਰਾਇਆ, ਪਰ ਉਹਦੇ ਵਿੱਚ ਇੱਕ ਢਿੱਲ ਦੇ ਦਿੱਤੀ ਗਈ ਆ। ਉਹ ਕਹਿੰਦੇ ਦੇਖੋ, ਸਕੂਲ ਜਿਹੜੇ ਪ੍ਰਾਈਵੇਟ ਨੇ ਉਹ ਫੀਸ ਤੁਹਾਡੇ ਤੋਂ ਲੈ ਸਕਦੇ ਆ, ਪਰ ਜੇਕਰ ਕੋਈ ਵਿਅਕਤੀ ਜਾਂ ਕੋਈ ਵਿਦਿਆਰਥੀ ਫੀਸ ਦੇਣ ਦੇ ਯੋਗ ਨਹੀਂ, ਕਾਬਲ ਨਹੀਂ, ਉਹਨਾਂ ਦਾ ਸਕੂਲ ਦੇ ਵਿੱਚੋਂ ਦਾਖਲਾ ਕੱਟਿਆ ਨਹੀਂ ਜਾ ਸਕਦਾ, ਨਾਮ ਕੱਟਿਆ ਨਹੀਂ ਜਾ ਸਕਦਾ। ਤੇ ਰੈਗੂਲੇਟਰੀ ਅਥਾਰਟੀ ਦੇ ਫੈਸਲੇ ਦਾ ਅਦਾਲਤ ਕਹਿੰਦੇ ਇੰਤਜ਼ਾਰ ਕਰਨਾ ਪਏਗਾ। ਉਹ ਕੀ ਕਹਿੰਦੇ ਨੇ, ਅਗਲੀ ਗੱਲਬਾਤ ਰੈਗੂਲੇਟਰੀ ਅਥਾਰਟੀ ਦੇ ਫੈਸਲੇ ਤੱਕ ਇੰਤਜ਼ਾਰ ਕਰਨਾ ਪਏਗਾ। ਸਿਰਫ ਮਾਨਯੋਗ ਅਦਾਲਤ ਦੇ ਡਬਲ ਬੈਂਚ ਨੇ ਇੰਨੀ ਕੁ ਰਾਹ ਦਿੱਤੀ ਹੈ ਕਿ ਜੇਕਰ ਬੱਚੇ ਫੀਸ ਜਮ੍ਹਾਂ ਨਹੀਂ ਕਰਵਾ ਸਕਦੇ, ਕੋਈ ਵੀ ਪ੍ਰਾਈਵੇਟ ਸਕੂਲ ਉਹਨਾਂ ਦਾ ਨਾਮ ਸਕੂਲ ਦੇ ਵਿੱਚੋਂ ਕੱਟ ਨਹੀਂ ਸਕਦਾ। ਇਹ ਸਨ ਦੋਸਤੋ ਅੱਜ ਦੀਆਂ ਕੁਝ ਖਬਰਾਂ। ਉਮੀਦ ਹੈ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ, ਪਰ ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਵਾਲਾ ਬਟਨ ਵੀ ਦਬਾ ਦਿਓ ਤੇ ਨਾਲ ਨੋਟੀਫਿਕੇਸ਼ਨ ਵੀ ਔਨ ਕਰ ਲਿਓ, ਤਾਂ ਕਿ ਤੁਹਾਨੂੰ ਰੋਜ਼ਾਨਾ ਪਤਾ ਲੱਗਦਾ ਰਹੇ ਕਿ ਨਵਾਂ ਕੋਈ ਵੀਡੀਓ ਅਪਲੋਡ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੇ ਵੀ ਹੁਣ ਤੱਕ ਚੈਨਲ ਸਬਸਕ੍ਰਾਈਬ ਕਰ ਲਿਆ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਤੇ ਜੇਕਰ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦੇ ਮਾਮਲੇ ਨੂੰ ਲੈ ਕੇ ਸਵਾਲ ਸੀ, 2 ਦਿਨ ਪਹਿਲਾਂ ਇੱਕ ਜਸਵੀਰ ਸਿੰਘ ਕਲੇਰ ਹੋਰਾਂ ਨਾਲ ਮੈਂ ਮੁਲਾਕਾਤ ਕੀਤੀ ਸੀ, ਉਹ ਜ਼ਰੂਰ ਵੇਖ ਲਿਓ। ਉਹਦੇ ਵਿੱਚੋਂ ਤੁਹਾਡੇ ਬਹੁਤ ਸਾਰੇ ਜਿਹੜੇ ਸਵਾਲ ਨੇ, ਸ਼ੰਕੇ ਨੇ, ਨਿਵਰਤ ਹੋ ਸਕਦੇ ਆ। ਫਿਰ ਵੀ ਕੋਈ ਸਵਾਲ ਹੋਇਆ ਤਾਂ ਤੁਸੀਂ ਉਸ ਇੰਟਰਵਿਊ ਦੇ ਹੇਠ ਕਮੈਂਟ ਕਰ ਦਿਓ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਲੈ ਕੇ ਤੁਹਾਨੂੰ ਦਿੱਤੇ ਜਾ ਸਕਣ। ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ।